गुड मॉर्निंग एवरीवन। आज बेटा आपा करना है कहानी भूआ। ठीक है, कल आपा 8th डी किया सी लेख। ओके, आदर्श विद्यार्थी सो कंप्लीट हो गया साडा विद कोटेशंस। ठीक है, अगर मैं तुहानू कह सका कि तुहानू होर कोटेशंस मिल रही नहीं, यू कैन ऐड दैट। ओके, सो आज आपा करांगे कहानी है नवी भूआ। ठीक है, पेज नंबर है 105 सॉरी 104 राइट। सो इस कहानी के विच भूआ लेखक दी भूआ है। ठीक है, रियल है ओदी भूआ, ओदे बारे वो दसदा है, पूरी स्टोरी दे विच ओदे बारे ही दसदा है। इंटरेस्टिंग है स्टोरी। ठीक है, कहा कि गया है कि इहदे विच लेखक जिहड़ा है वो शहर दा रहन वाला है, ओदी जिहड़ी भूआ है वो पिंड दी रहन वाली है। ठीक है, ते लेखक क्योंकि शहर दा रहन वाला है, इन्नी ओदी ज्यादा खुराक नहीं है, इन्ना ओदा ज्यादा खाना पीना नहीं है। ठीक है, ते ਉਹ ਪਹਿਲਾਂ ਆਪਣੇ ਇੱਕ ਰਿਸ਼ਤੇਦਾਰ ਦੇ ਵਿਆਹ ਤੇ ਜਾਂਦਾ ਹੈ, ਉੱਥੇ ਬਹੁਤ ਸਾਰਾ ਉਹ ਖਾਣਾ ਖਾਂਦਾ ਹੈ। ਠੀਕ ਹੈ, ਤੇ ਉਹਦਾ ਪੇਟ ਆਲਰੇਡੀ ਬਹੁਤ ਜ਼ਿਆਦਾ ਫੁੱਲ ਹੋਇਆ ਹੁੰਦਾ ਹੈ। ਫਿਰ ਉਹ ਸੋਚਦਾ ਹੈ ਕਿ ਮੈਂ ਆਪਣੀ ਭੂਆ ਨੂੰ ਵੀ ਮਿਲਾਵਾਂ। ਉਹਨੂੰ ਮਿਲਿਆ ਨੂੰ ਉਹਨੂੰ ਬਹੁਤ ਸਮਾਂ ਹੋ ਚੁੱਕਾ ਸੀ। ਫਿਰ ਉਹ ਆਪਣੀ ਭੂਆ ਨੂੰ ਮਿਲਣ ਜਾਂਦਾ ਹੈ ਤਾਂ ਉਹਦੀ ਭੂਆ ਪਹਿਲਾਂ ਉਹਨੂੰ ਪਛਾਣਦੀ ਨਹੀਂ, ਬਾਅਦ ਵਿੱਚ ਉਹਨੂੰ ਪਹਿਚਾਣਦੀ ਹੈ ਤਾਂ ਫਿਰ ਉਹਨੂੰ ਕੀ ਕਰਦੀ ਹੈ, ਬਹੁਤ ਸਾਰਾ ਉਹਨੂੰ ਖਾਣ ਲਈ ਦੇ ਦਿੰਦੀ ਹੈ। ਵੱਡੇ ਵੱਡੇ ਸਾਰੇ ਪਰੌਂਠੇ, ਕਿਉਂਕਿ ਪਿੰਡਾਂ ਵਿੱਚ ਨੈਚੁਰਲੀ ਡਾਈਟ ਉਦਾਂ ਦੀ ਹੁੰਦੀ ਹੈ ਨਾ, ਵੱਡੇ ਵੱਡੇ ਸਾਰੇ ਪਰੌਂਠੇ ਦੇ ਦਿੰਦੀ ਆ, ਉਹ ਤੋਂ ਖਾਦੇ ਨਹੀਂ ਜਾਂਦੇ। ਫਿਰ ਉਹਨੂੰ ਸੇਵੀਆਂ ਦਿੰਦੀ ਮਿੱਠੀਆਂ, ਉਹ ਵੀ ਤੋਂ ਖਾਦੇ ਨਹੀਂ ਜਾਂਦੇ, ਪਰ ਉਹ ਆਪਣੀ ਭੂਆ ਦੇ ਪਿਆਰ ਦੇ ਅੱਗੇ ਕੁਝ ਨਹੀਂ ਬੋਲਦਾ, ਉਹ ਖਾਂਦਾ ਹੀ ਰਹਿੰਦਾ ਹੈ। ਠੀਕ ਹੈ, ਇਹਦੇ ਨਾਲ ਉਹਦਾ ਪੇਟ ਜਿਹੜਾ ਬਹੁਤ ਜ਼ਿਆਦਾ ਫੁੱਲ ਜਾਂਦਾ, ਓਵਰ ਈਟਿੰਗ ਹੋ ਜਾਂਦੀ ਹੈ। ਦੈਨ ਲਾਸਟ ਵਿੱਚ ਜਿਹੜੀ ਉਹਦੀ ਭੂਆ ਦੀ ਨੂੰਹ ਹੁੰਦੀ ਹੈ, ਉਹ ਕੀ ਕਰਦੀ ਹੈ, ਐਂਡ ਤੇ ਜਦੋਂ ਸੌਣ ਲੱਗਾ ਹੁੰਦਾ ਤਾਂ ਭੂਆ ਨੂੰ ਕਹਿੰਦੀ ਹੈ ਕਿ ਦੁੱਧ ਵੀ ਪੀ ਲੈ। ਉਹ ਪੀਣਾ ਨਹੀਂ ਚਾਹੁੰਦਾ ਹੁੰਦਾ ਕਿਉਂਕਿ ਉਹ ਆਲਰੇਡੀ ਬਹੁਤ ਕੁਝ ਖਾ ਚੁੱਕਾ ਹੁੰਦਾ ਹੈ। ਠੀਕ ਹੈ, ਫਿਰ ਕਿਤੇ ਜਾ ਕੇ ਐਂਡ ਤੇ ਜਿਹੜਾ ਦੁੱਧ ਦਾ ਗਲਾਸ ਹੈ ਉਹ ਡੁੱਲ ਜਾਂਦਾ ਹੈ। ਠੀਕ ਹੈ, ਫਿਰ ਲੇਖਕ ਦੀ ਜਾਨ 'ਚ ਜਾਨ ਆਉਂਦੀ ਹੈ ਕਿ ਸ਼ੁਕਰ ਹੋਇਆ ਕਿ ਦੁੱਧ ਡੁੱਲਿਆ, ਨਹੀਂ ਤਾਂ ਮੈਨੂੰ ਪੀਣਾ ਪੈਣਾ ਸੀ। ਕਲੀਅਰ ਹੈ। ਸੋ ਬਸ ਭੂਆ ਬਾਰੇ ਦੱਸਿਆ ਹੋਇਆ ਹੈ, ਉਹ ਕਿੱਦਾਂ ਲੇਖਕ ਦੀ ਆਓ ਭਗਤ ਕਰਦੀ ਹੈ। ਠੀਕ ਹੈ, ਉਹਦੇ ਬਾਰੇ ਦੱਸਿਆ ਤੇ ਲੇਖਕ ਕਿੱਦਾਂ ਦੁਚਿੱਤੀ ਵਿੱਚ ਪੈ ਜਾਂਦਾ ਹੈ, ਕਿੱਦਾਂ ਦੀ ਉਹਦੇ ਸਾਹਮਣੇ सिचुएशन आती है जितो वो बाहर जाके भी नहीं निकल सकता। ठीक है, सो 8th ए ने आई थिंक एक पेज रीड कर लिया है, 8th डी ने हले करना है। सो लेट्स स्टार्ट। ਜਿਹੜੇ ਇਹਦੇ ਵਿੱਚ ਕਾਫੀ ਸਾਰੇ ਬੇਟਾ ਟਫ ਵਰਡਸ ਆਣਗੇ, ਉਹਨਾਂ ਨੂੰ ਨਾਲ ਨਾਲ ਲਿਖੀ ਜਾਇਓ। ਠੀਕ ਹੈ, ਔਰ ਕਾਫੀ ਸਾਰੇ ਦੇ ਵਿੱਚ ਸ਼ਾਰਟ ਕੁਐਸਚਨ ਆਨਸਰਸ ਵੀ ਆਣਗੇ, ਉਹ ਤੁਸੀਂ ਅੰਡਰਲਾਈਨ ਕਰੀ ਜਾਇਓ। ਠੀਕ ਹੈ, ਭੂਆ ਨੂੰ ਮਿਲਿਆ 10 ਤੋਂ ਵਧੇਕ ਵਰੇ ਬੀਤ ਗਏ ਸਨ। ਹੁਣ ਵਧੀਕ ਹੁੰਦਾ ਵੱਧ, ਭੂਆ ਨੂੰ ਮਿਲੇ ਲੇਖਕ ਨੂੰ ਕਿੰਨਾ ਸਮਾਂ ਹੋ ਗਿਆ ਸੀ। ਕੁਐਸਚਨਸ ਤੁਸੀਂ ਖੁਦ ਫਰੇਮ ਕਰਨੇ ਨੇ, ਆਨਸਰਸ ਵੀ ਤੁਸੀਂ ਖੁਦ ਹੀ ਲਿਖਣੇ ਨੇ। ਠੀਕ ਹੈ, ਭੂਆ ਨੂੰ ਮਿਲਿਆ ਹੋਇਆ ਲੇਖਕ ਨੂੰ ਕਿੰਨੇ ਸਮੇਂ ਹੋ ਗਿਆ ਸੀ, 10 ਤੋਂ ਵਧੇਕ, 10 ਸਾਲਾਂ ਤੋਂ ਵਧੇਰੇ ਸਮਾਂ ਹੋ ਗਿਆ ਸੀ ਭੂਆ ਨੂੰ ਮਿਲਿਆ ਹੋਇਆ। ਠੀਕ ਹੈ, ਮੇਰੇ ਵੱਡੇ ਵਡੇਰਿਆਂ ਚੋਂ ਇਹ ਇੱਕ ਨਾ ਲੈਣ ਜੋਗੀ ਪੁਰਾਣੀ ਬੁੱਢੀ ਬਾਕੀ ਸੀ। ਬੁੱਢੀ ਬਾਕੀ ਮਤਲਬ ਇਹ ਇੱਕੋ ਹੀ ਬਜ਼ੁਰਗ ਸੀ ਜਿਹੜੀ ਬਚੀ ਹੋਈ ਸੀ, ਬਾਕੀ ਆਲਮੋਸਟ ਸਾਰੇ ਹੀ ਤੁਰ ਗਏ ਸਨ, ਸਾਰਿਆਂ ਦੀ ਮੌਤ ਹੋ ਗਈ ਸੀ। ਠੀਕ ਹੈ, ਅੱਜ ਵੀ ਉਹਨਾਂ ਦਿਨਾਂ ਦੇ ਸੁਪਨੇ ਵਾਂਗ ਮਾੜੀ ਜਿਹੀ ਯਾਦ ਬਾਕੀ ਹੈ, ਜਦ ਨਿੱਕੇ ਹੁੰਦਿਆਂ ਭੂਆ ਮੈਨੂੰ ਉਂਗਲੀ ਲਾ ਕੇ ਪਿਆਰ ਪੁਚਕਾਰ ਕੇ ਸਕੂਲ ਛੱਡਣ ਜਾਂਦੀ ਸੀ ਤੇ ਅੱਧੀ ਛੁੱਟੀ ਵੇਲੇ ਮੇਰੇ ਲਈ ਮਲਾਈ ਵਾਲੇ ਦੁੱਧ ਦਾ ਕੌਲ ਲਿਆਇਆ ਕਰਦੀ ਸੀ। ਹੱਲੇ ਵੀ ਉਹਨੂੰ ਹਲਕਾ ਹਲਕਾ ਯਾਦ ਹੈ, ਕਿਉਂਕਿ ਆਪਣਾ ਬਚਪਨ, ਸਾਨੂੰ ਵੀ ਆਪਣਾ ਬਚਪਨ ਕਲੀਅਰਲੀ ਥੋੜੀ ਹੱਲੇ ਕਿਸੇ ਨੂੰ ਯਾਦ ਆ, ਹਲਕਾ ਹਲਕਾ ਯਾਦ ਹੈ ਨਾ। ਤੇ ਲੇਖਕ ਨੂੰ ਵੀ ਆਪਣੀ ਭੂਆ ਬਾਰੇ ਯਾਦ ਹੈ ਕਿ ਕਿਸ ਤਰ੍ਹਾਂ ਉਹਦੀ ਭੂਆ ਉਹਨੂੰ ਉਂਗਲ ਫੜ ਕੇ ਲੈ ਕੇ ਜਾਂਦੀ ਸੀ। ਠੀਕ ਹੈ, ਉਹਨੂੰ ਸਕੂਲ ਛੱਡਣ ਜਾਂਦੀ ਸੀ, ਉਹਦੇ ਲਈ ਮਲਾਈ ਵਾਲਾ ਦੁੱਧ ਦਾ ਕੌਲ, ਕੌਲ ਮਤਲਬ ਕੌਲੀ, ਬਾਉਲ, ਵੱਡਾ ਸਾਰਾ ਉਹਦੇ ਲਈ ਬਾਉਲ ਲੈ ਕੇ ਆਂਦੀ ਸੀ, ਜਿਹਦੇ ਵਿੱਚ ਕੀ ਹੁੰਦਾ ਸੀ, ਦੁੱਧ ਹੁੰਦਾ ਸੀ। ਸੋ ਇਸ ਤਰ੍ਹਾਂ ਲੇਖਕ ਨੇ ਪੁਰਾਣੀ ਯਾਦ ਨੂੰ ਤਾਜ਼ੇ ਕਰਦਿਆਂ ਦੱਸਿਆ ਹੈ ਕਿ ਕਿੱਦਾਂ ਭੂਆ ਉਹਦਾ ਖਿਆਲ ਰੱਖਦੀ ਸੀ। ਠੀਕ ਹੈ, ਇਸ ਗੱਲ ਨੂੰ 30-35 ਵਰੇ ਹੋ ਗਏ ਹਨ, ਅੰਡਰਲਾਈਨ ਇਟ। ਠੀਕ ਹੈ, ਕਿ ਕਿੰਨੇ ਦੇਰ ਹੋ ਗਈ ਹੈ, 30-35 ਵਰੇ, ਇੰਨੇ ਸਾਲ ਹੋ ਚੁੱਕੇ ਹਨ। ਠੀਕ ਹੈ, ਇੱਕ ਇੱਕ ਕਰਕੇ ਸਾਰੇ ਉਹ ਜਿਹੜੇ ਮੈਨੂੰ ਕਾਕਾ ਪੁੱਤਰ ਆਖਣ ਦਾ ਅਧਿਕਾਰ ਰੱਖਦੇ ਸਨ, ਮੌਤ ਦਾ ਖਾਜਾ ਬਣ ਚੁੱਕੇ ਸਨ। ਜੋ ਵੀ ਉਹਨੂੰ ਪਿਆਰ ਦੇ ਨਾਲ ਚਾਹੇ ਕਾਕਾ ਪੁੱਤਰ ਬੋਲਦਾ ਸੀ, ਉਹ ਮੌਤ ਦਾ ਖਾਜਾ ਮਤਲਬ ਉਹ ਸਾਰੇ ਰੱਬ ਨੂੰ ਪਿਆਰੇ ਹੋ ਚੁੱਕੇ ਸਨ। ਪਰ ਮੇਰੀ ਭੂਆ ਕੰਧੀ ਉੱਤੇ ਰੁਖੜਾ ਬਣੀ ਸੀ। ਕੰਧੀ ਉੱਤੇ ਰੁਖੜਾ ਮੀਨਸ ਜਿਸ ਤਰ੍ਹਾਂ ਕੰਧ ਉੱਤੇ ਰੁੱਖ ਹੁੰਦਾ ਹੈ ਨਾ। ਠੀਕ ਹੈ, ਕਈ ਵਾਰ ਤੁਸੀਂ ਦੇਖਿਆ ਹੋਏਗਾ ਕੰਧ ਦੇ ਵਿੱਚੋਂ ਦੀ ਵੀ ਰੁੱਖ ਨਿਕਲ ਕੇ ਆ ਜਾਂਦਾ। ਫੋਰ ਐਗਜ਼ਾਮਪਲ ਪਿੱਪਲ ਦਾ ਹੁੰਦਾ ਪੱਤਾ, ਸੌਰੀ ਪਿੱਪਲ ਦਾ ਪੇੜ, ਉਹ ਕੰਧ ਦੇ ਵਿੱਚੋਂ ਦੀ ਵੀ ਨਿਕਲ ਕੇ ਆ ਜਾਂਦਾ।
ਉਸੇ ਤਰ੍ਹਾਂ ਹੀ ਭੂਆ ਜਿਹੜੀ ਹੈ ਉਹ ਸਹੀ ਸਲਾਮਤ ਸੀ, ਹੱਲੇ ਉਹਦੀ ਜਾਨ ਚਲਦੀ ਪਈ ਸੀਗੀ, ਤੰਦਰੁਸਤ ਸੀ, ਠੀਕ ਹੈ, ਤੇ ਉਹ ਹੱਲੇ ਵੀ ਜਿਉਂਦੀ ਸੀ। ਬਾਕੀ ਸਾਰੇ ਜੋ ਵੀ ਉਹਨੂੰ ਅਲੱਗ-ਅਲੱਗ ਨਾਵਾਂ ਨਾਲ ਪੁਕਾਰਦੇ ਸਨ, ਉਹ ਸਾਰੇ ਦੇ ਸਾਰੇ ਉਤੋਂ ਵਿਛੜ ਚੁੱਕੇ ਸਨ, ਠੀਕ ਹੈ। हाँ ते मैं ऐतकी जद अपने एक रिश्तेदार दे मुंडे दी शादी ते गया, हुण इहनूं अंडरलाइन कर लो, क्वेश्चन लिख लो, लेखक किस दे विआह ते गया सी? लेखक किस दे विआह ते गया सी? एक रिश्तेदार दे मुंडे दे विआह ते, ठीक है। ऐतकी मतलब हुण इस टाइम जदों मैं उत्थे गया सी विआह ते, भूआ नूं मिलन दी ख्वाहिश नूं मैं रोक ना सकिया, ओहदी दिली इच्छा सी कि अपनी भूआ नूं जाके मिले, भावें कच्ची सड़के पूरे 5 मील जांदियां ते इन्ने ही आउंदियां मैनूं कड्ढणे पैणे सन। हुण किन्नी दूर सी ओहदी भूआ दा घर? 5 मील, 5 माइल्स, ठीक है। 5 मील जिथे ओह रिश्तेदारां दे पिंड गया सी, उथों भूआ दा घर किन्नी दूर सी? 5 मील दूर सी। ते ओना ही कहंदा मैनूं 5 मील मतलब हो गया टोटल 10 मील, 10 मील मैनूं तुर के आना पैना सी, ठीक है। गर्मी दी रुत ते पेंडू विआह, अंडरलाइन कर लो इनू, ठीक है। विआह कित्थे सी? पिंड विच। रुत किहड़ी सी? गर्मी दी रुत, ठीक। हुण एक गर्मी दी रुत होवे, उपरों दी विआह फंक्शन रखिया होवे, सोच के देखो किद्दां दा लगदा है ना। एक पासे इन्नी ज़्यादा गर्मी, उपरों दी मैरिज नूं तुसीं इंजॉय भी नहीं कर सकदे, राइट। ते शहर विच रहण वाले बंदे नूं जे 2-4 डंग अजिहे विआहां दी रोटी खानी पै जावे तां 4 चौके 16 डंग हाजमे दे चूरन ते फक्कियां मारे बिना खलासी नहीं हुंदी। खलासी मतलब छुटकारा, ठीक है। हुण शहर दा रहण वाला एक व्यक्ति, एक पिंड दा रहण वाला व्यक्ति, दोनों दे खाण पीण दे विच बहुत ज़्यादा फर्क होवेगा, क्योंकि उन्हां दा हुंदा खुला खाण पीण, साडा खाण पीण इन्ना ज़्यादा खुला नहीं हैगा, ठीक है, क्योंकि साडा डाइजेस्टिव सिस्टम ही आपां उदां दा बनाया होया है, राइट। ते हुण की कहंदा, जे शहर रहण वाले व्यक्ति नूं किते 2-4 डंग, डंग मतलब समा, 2-4 समय दियां रोटियां खाणियां पै जावे, ठीक है, ओहदे कोल खादियां नहीं जांदा। हुण मोस्टली असीं की करदे आ, सवेर दी रोटी खाने आ, दोपहर दी रोटी खाने आ, शाम दे स्किप कर दिंदे आ, या सवेर दी खाने आ, रात दी खाने आ, दोपहर दी आपां स्किप कर दिंदे आ। पर जिहड़े पिंडां वाले हुंदे ने, इह तीनों टाइम खांदे ने रोटी, ठीक है, क्योंकि उन्हां दा हार्ड वर्क भी उदां दा ही हुंदा है, राइट। सो तंदुरुस्त भी उही लोग हुंदे ने, असीं लोकी तंदुरुस्त इन्ने है नहीं, ठीक है। वो कहते फिर जे शहरीए नूं इन्नी सारी खुराक खानी पै जावे ते 4 चौके 16 मतलब कि 4 डंग दियां 4-4 रोटियां खानियां पै जावे तां 16 रोटियां हो गईयां। 16 रोटियां तुसीं एक दिन च खा ही नहीं सकदे, पॉसीबल ही नहीं हैगा, ठीक है, एक शहर वाले व्यक्ति लई। ते फिर उहनूं की करना पैंदा आ, उहनूं डाइजेस्ट करन लई चूरन दियां फक्कियां, फक्कियां मतलब चूरन खाना पैंदा आ, ठीक है, रोटी नूं हजम करन दे लई। ते जे तुसीं चूरन नहीं खांदे फिर तुहाडा छुटकारा नहीं हुंदा। खलासी मीनस छुटकारा। 4 डंगां विच ही कच करड़ पूरियां ते इहो जिहे निक सुख तो दिल भर गया। जिन्ने दिन लेखक उत्थे रहा ਉਹਦੇ ਵਿੱਚੋਂ 4 समय ਉਹ ਇਦਾਂ ਦੀਆਂ ਹੀ ਪੂਰੀਆਂ ਖਾਂਦਾ ਸੀ, क्योंकि ਨੈਚੁਰਲੀ ਵਿਆਹ ਸੀ, ठीक है, फंक्शन वाला माहौल सी ते पूड़ियां वगैरह ਉਹ ਖਾਂਦਾ ਹੀ ਰਹਿੰਦਾ ਸੀ। ਤੇ पूड़ियां ਇੰਨੇ 4 ਡੰਗ ਨਹੀਂ ਖਾਧੀਆਂ ਜਾਂਦੀਆਂ, ਚਾਰੋਂ ਸਮੇਂ ਨਹੀਂ ਖਾਧੀਆਂ ਜਾਂਦੀਆਂ ਤੇ ਉਹਦਾ ਦਿਲ ਭਰ ਗਿਆ ਸੀ, मतलब ਉਹ ਫੈਡ ਅਪ ਹੋ ਚੁੱਕਾ ਸੀ ਇੱਕੋ ਤਰ੍ਹਾਂ ਦਾ ਖਾਣਾ ਖਾ ਖਾ ਕੇ। ਜਾਪਣ ਲੱਗਾ ਜਿਵੇਂ ਤਵੇ ਦੇ ਫੁਲਕੇ ਖਾਦਿਆਂ ਯੁੱਗ ਹੀ ਬੀਤ ਗਿਆ ਹੋਵੇ। ਉਹਨੂੰ ਏਦਾਂ ਲੱਗਦਾ ਸੀ ਜਿੱਦਾਂ ਸਾਦੀ ਰੋਟੀ, ठीक है, सादी रोटी सादा फुलका खादे ना बहुत ज्यादा टाइम हो चुका है। बथेरी कोशिश की कि होर नहीं तो एक अध डंग ही पूरियां तो छुटकारा मिले, एक टाइम ते स्किप होवे जदों उहनूं पूरियां ना मिलन। कितों 2 फुलके ते दाल मिल सकण पर अजिहा होना तो तेतियां दी नक वड्डी होण दे बराबर सी। तेतियां दी मतलब धी वालियां दी। ਹੁਣ ਦੇਖੋ ਜੇ ਵਿਆਹ ਦੇ ਵਿੱਚ ਮੰਨ ਲਓ ਕਿ ਤੁਸੀਂ ਕਿਸੇ ਫੈਮਿਲੀ ਤੇ ਗਏ ਹੋ, ਤੁਹਾਨੂੰ ਉੱਥੇ ਸਿੰਪਲ ਰੋਟੀ ਮਿਲੇ, ਸਿੰਪਲ ਦਾਲ ਮਿਲੇ, ਤਾਂ ਆਪਾਂ ਕੀ ਕਰਦੇ ਹਾਂ, ਕੋਈ ਵਧੀਆ ਵਿਆਹ ਨਹੀਂ ਰੱਖਿਆ ਹਨਾ, ਇਹਨਾਂ ਨੇ ਕੋਈ ਪਨੀਰ ਵਗੈਰਾ ਕੋਈ ਕੁਝ ਹੋਰ ਨਹੀਂ ਸੀਗਾ, ਅਲੱਗ ਵੈਰਾਈਟੀ ਨਹੀਂ ਸੀਗੀ, ਠੀਕ ਹੈ, ਆਪਾਂ ਇਦਾਂ ਬੋਲਣ ਲੱਗ ਪੈਂਦੇ ਨਾ, ਠੀਕ ਹੈ। ਜੇ ਉਹਦਾ ਕਹਿੰਦਾ ਕਿ ਵਿਆਹ ਦੇ ਵਿੱਚ ਸਿੰਪਲ ਦਾਲ ਫੁਲਕਾ ਹੀ ਮਿਲਦਾ ਜੋ ਸਾਨੂੰ ਘਰ ਵਿੱਚ ਮਿਲਦਾ, ਤੇ ਉਹ ਜਿਨ੍ਹਾਂ ਦੇ ਵਿਆਹ ਤੇ ਗਿਆ ਹੋਇਆ ਸੀ ਉਹ ਧੀ ਵਾਲਿਆਂ ਦਾ ਨੱਕ, ਮਤਲਬ ਉਹਨਾਂ ਦੀ ਬਹੁਤ ਜ਼ਿਆਦਾ ਬਦਨਾਮੀ ਹੋ ਜਾਣੀ ਸੀਗੀ ਕਿ ਇਹਨਾਂ ਨੇ ਇੰਨਾ ਅੱਛਾ ਅਰੇਂਜਮੈਂਟ नहीं किया, ठीक है। तेतिया दी नक मतलब धी वालियां दी बदनामी हो जानी सी। शुकर शुकर करके 2 रातां कड्डियां। हुण इहनूं अंडरलाइन कर लो, लिखो तुसीं क्वेश्चन कि लेखक ने रिश्तेदार दे मुंडे दे विआह ते किन्नियां रातां कड्डियां? 2 रातां, ठीक है।
ਤੇ ਤੀਜੇ ਦਿਨ ਮੈਂ ਜਾਂਜੀਆਂ ਪਾਸੋਂ ਮਸਾਂ ਮਸਾਂ ਖਹਿੜਾ ਛੁਡਾ ਕੇ ਭੂਆ ਦੇ ਪਿੰਡ ਤੁਰ ਪਿਆ। ਜਾਂਜੀਆਂ ਮਤਲਬ ਬਰਾਤ, ਜਿੰਨੇ ਵੀ ਵਿਆਹ ਦੇ ਵਿੱਚ ਸ਼ਾਮਿਲ ਹੋਏ ਹੁੰਦੇ ਨੇ ਲੋਕੀ ਨਾ, ਉਹਨਾਂ ਨੂੰ ਆਪਾਂ ਬੋਲਦੇ ਹਾਂ ਜਾਂਜੀ ਜਾਂ ਬਰਾਤੀ, ਠੀਕ ਹੈ। ਤੇ 2 ਦਿਨ ਰਾਤਾਂ ਕੱਢ ਕੇ ਉਹ ਮਸਾਂ ਹੀ ਆਪਣੀ ਭੂਆ ਦੇ ਘਰ ਪਹੁੰਚਿਆ। ਮੈਨੂੰ ਯਾਦ ਸੀ ਨਿੱਕੇ ਹੁੰਦਿਆਂ ਮੇਰੀ ਭੂਆ ਪਤਲੇ ਫੁਲਕੇ ਚੁੱਲ੍ਹੇ ਵਿੱਚ ਫੁਲਾ ਕੇ ਕਿੱਡੇ ਪਿਆਰ ਨਾਲ ਖਵਾਇਆ ਕਰਦੀ ਸੀ। ਜਦੋਂ ਛੋਟਾ ਸੀ ਉਹਦੀ ਰੋਟੀ ਜਿਹੜੀ ਸੀ ਭੂਆ ਬਣਾਉਂਦੇ ਸੀ, ਬੜੀ ਪਤਲੀ ਪਤਲੀ ਬਣਾਉਂਦੀ ਹੁੰਦੀ ਸੀਗੀ, ਫੁੱਲੀ ਹੋਈ ਹੁੰਦੀ ਸੀ ਰੋਟੀ, ਹੈ ਨਾ, ਤੇ ਉਹਨੂੰ ਲੱਗਦਾ ਸੀ ਉਹ ਬੜੇ ਪਿਆਰ ਨਾਲ ਖਵਾਉਂਦੀ ਸੀ। ਪਰ ਹੁਣ ਸਿਚੁਏਸ਼ਨ ਅਲੱਗ ਹੋਣੀ ਹੈ, ਠੀਕ ਹੈ। ਸਵਾਰੀ ਦਾ ਕੋਈ ਪ੍ਰਬੰਧ ਨਾ ਹੋਇਆ, ਮਤਲਬ ਉਹਨੂੰ ਕੋਈ ਵਾਹੀਕਲ ਨਾ ਮਿਲਿਆ। ਦੁਪਹਿਰਾਂ ਦਾ ਤੁਰਿਆ ਮੈਂ ਸਾਰੇ ਰਾਹ ਘੱਟਾ ਫਕਦਾ, ਕਿਤੇ ਪੈਲੀਆਂ ਵਿੱਚੋਂ ਤੇ ਕਿਤੇ ਸੜਕੇ ਸੜਕੇ, ਠੀਕ ਹੈ। ਉਹ ਪੈਦਲ ਹੀ ਤੁਰਿਆ ਰਿਹਾ। ਘੱਟਾ ਫਕਦਾ ਮਤਲਬ ਸਾਰੇ ਰਸਤੇ ਦੀ ਧੂੜ ਮਿੱਟੀ ਉਹਦੇ ਉੱਤੇ ਪੈਂਦੀ ਰਹੀ। ਪੈਲੀਆਂ ਮਤਲਬ ਖੇਤਾਂ ਵਿੱਚੋਂ ਦੀ ਨਿਕਲਦਾ ਹੋਇਆ, ਕਿਤੋਂ ਸੜਕਾਂ ਦੇ ਵਿੱਚੋਂ ਦੀ ਜਾਂਦਾ ਹੋਇਆ ਸੋਤੇ ਪਏ ਭੂਆ ਦੇ ਪਿੰਡ ਭੱਜਾਂ। ਸੋਤੇ ਹੋਏ ਮਤਲਬ ਸੌਣ ਵੇਲੇ, ਜਦੋਂ ਰਾਤ ਦਾ ਸਮਾਂ ਹੋ ਗਿਆ ਸੀ, ਉਸ ਟਾਈਮ ਤੇ ਫਾਈਨਲੀ ਉਹ ਜਾ ਕੇ ਆਪਣੀ ਭੂਆ ਦੇ ਘਰ ਪਹੁੰਚਿਆ। ਜਾਨ ਵਿੱਚ ਜਾਨ ਆਈ, ਉਹਨੂੰ ਥੋੜਾ ਸੌਖਾ ਮਹਿਸੂਸ ਹੋਇਆ। ਜਾਂਦਿਆਂ ਹੀ ਬੜੀ ਗਰਮ ਜੋਸ਼ੀ ਨਾਲ ਮੈਂ ਭੂਆ ਨੂੰ ਪੈਰੀ ਪੈਣਾ ਕੀਤਾ। ਉਹਨੇ ਆਸ਼ੀਰਵਾਦ ਲਿਆ ਆਪਣੀ ਭੂਆ ਤੋਂ, ਠੀਕ ਹੈ। ਬੜੀ ਹੀ ਉਤਸ਼ਾਹ ਦੇ ਨਾਲ, ਬੜੀ ਉਹਨੂੰ ਐਕਸਾਈਟਮੈਂਟ ਸੀ ਆਪਣੀ ਭੂਆ ਨੂੰ ਮਿਲਣ ਦੀ। ਉਸਨੇ ਜਿਉਂ ਆਇਆ ਸਦਕੇ ਆਇਆ ਆਖਦਿਆਂ ਹੋਇਆਂ ਮੇਰੀ ਪਿੱਠ ਪਲੋਸੀ, ਮਤਲਬ ਉਹਨੂੰ ਭੂਆ ਨੇ ਲੇਖਕ ਨੂੰ ਆਸ਼ੀਰਵਾਦ ਦਿੱਤਾ। ਪਰ ਇਸ ਵਿੱਚੋਂ ਮੈਨੂੰ ਭੂਆ ਦੇ ਪਿਆਰ ਦਾ ਨਿੱਘ ਨਾ ਲੱਭਿਆ। ਨਿੱਘ ਮਤਲਬ ਉਹਨੂੰ ਉਹ ਪਹਿਲੇ ਵਾਲੀ ਗੱਲ ਨਹੀਂ ਲੱਭੀ ਜੋ ਕਿ ਉਹਨੂੰ ਬਚਪਨ ਵਿੱਚ ਉਹਦੀ ਭੂਆ ਤੋਂ ਪਿਆਰ ਮਿਲਦਾ ਹੁੰਦਾ ਸੀ। ਅਸਲ ਗੱਲ ਇਹ ਸੀ ਕਿ ਭੂਆ ਨੇ ਮੈਨੂੰ ਪਛਾਤਾ ਹੀ ਨਹੀਂ। ਪਛਾਤਾ ਮਤਲਬ ਭੂਆ ਨੇ ਉਹਨੂੰ ਪਛਾਣਿਆ ਹੀ ਨਹੀਂ। ਕਿਉਂ ਨਹੀਂ ਪਛਾਣਿਆ? ਕਿਉਂਕਿ ਭੂਆ ਨੂੰ ਇੱਕ ਬਿਮਾਰੀ ਸੀ ਅੰਧਰਾਤੇ ਦੀ। ਅੰਡਰਲਾਈਨ ਕਰ ਲਓ ਇਹਨੂੰ। ਭੂਆ ਨੂੰ ਕਿਸ ਚੀਜ਼ ਦੀ ਬਿਮਾਰੀ ਸੀ? ਅੰਧਰਾਤਾ। ਅੰਧਰਾਤਾ ਮੀਨਸ ਪੈਰਾਲਾਈਜ਼, ਠੀਕ ਹੈ। ਪੈਰਾਲਾਈਜ਼ ਸੀ ਉਹਨੂੰ, ਉਹਦਾ ਇੱਕ ਪਾਸਾ ਡਿਫੈਕਟਿਵ ਸੀ ਤੇ ਉਹਨੇ ਬਜ਼ੁਰਗ ਵੀ ਹੋ ਗਈ ਸੀ। ਉਹਨੇ ਲੇਖਕ ਨੂੰ ਪਹਿਚਾਣਿਆ ਹੀ ਨਹੀਂ, ਇਸ ਲਈ ਉਹ ਲੇਖਕ ਨੂੰ ਬਹੁਤਾ ਜ਼ਿਆਦਾ ਪਿਆਰ ਦੇ ਨਾਲ ਨਹੀਂ ਮਿਲ ਸਕੀ। ਜਦ ਉਸਦੇ ਕਾਕਾ ਕਿੱਥੋਂ ਹੈ ਤੂੰ, ਉੱਤਰ ਵਿੱਚ ਮੈਂ ਆਪਣਾ ਨਾਂ ਦੱਸਿਆ ਤੇ ਸਾਰੀ ਦੀ ਸਾਰੀ ਭੂਆ ਮੇਰੇ ਦੁਆਲੇ ਲਿਪਟ ਗਈ। ਜਦੋਂ ਉਹਨੂੰ ਫਾਈਨਲੀ ਪਤਾ ਲੱਗਾ ਕਿ ਉਹ ਉਹਦਾ ਭਤੀਜਾ ਹੈ ਤੇ ਉਹ ਉਹਨੂੰ ਪਿਆਰ ਨਾਲ ਮਿਲਣ ਲੱਗੀ। ਉਸਨੇ ਮੇਰਾ ਮੱਥਾ ਚੁੰਮਿਆ ਤੇ ਉੱਚੀ ਦੇ ਕੇ ਪੁਕਾਰ ਉੱਠੀ, ਨੀ ਚੰਨਣ ਕੌਰੇ। ਚੰਨਣ ਕੌਰੇ ਕੌਣ ਹੈ? ਭੂਆ ਦੀ ਨੂੰਹ, ਚੰਨਣ ਕੌਰ, ਠੀਕ ਹੈ, ਭੂਆ ਦੀ ਨੂੰਹ। ਚੰਨਣ ਕੌਰੇ ਕੁੜੇ ਆਈ ਨੀ ਭੱਜ ਕੇ, ਨੀ ਮੇਰਾ ਡੈਸ਼ ਸਿੰਘ ਆਇਆ ਕੀ ਸੁੱਖ ਨਾਲ, ਵੇ ਮੁੰਡਿਓ ਕੁੜੀਓ ਤੁਹਾਡਾ ਤਾਇਆ ਆਇਆ ਜੇ। ਉਹਨਾਂ ਸਾਰਿਆਂ ਨੂੰ ਆਵਾਜ਼ਾਂ ਮਾਰ ਰਹੀ ਸੀ, ਆਪਣੀ ਨੂੰਹ ਨੂੰ ਆਵਾਜ਼ਾਂ ਮਾਰ ਰਹੀ ਸੀ, ਆਪਣੇ ਪੋਤਰੇ ਨੂੰ ਆਵਾਜ਼ਾਂ ਮਾਰ ਰਹੀ ਸੀ ਕਿ ਫਟਾਫਟ ਬਾਹਰ ਨਿਕਲੋ, ਤੁਹਾਡਾ ਤਾਇਆ ਜੀ, ਠੀਕ ਹੈ, ਤੁਹਾਡੇ ਤਾਇਆ ਜੀ ਆਏ ਨੇ, ਇਸ ਲਈ ਤੁਸੀਂ ਸਾਰੇ ਉਹਨਾਂ ਨੂੰ ਮਿਲਣ ਦੇ ਲਈ ਬਾਹਰ ਆਓ। ਉਸਦੀ ਨੂੰਹ ਭੱਜੀ ਆਈ। ਭੂਆ ਦੇ ਪੋਤਰਿਆਂ ਪੋਤੀਆਂ ਨੇ ਆਉਂਦਿਆਂ ਹੀ ਮੇਰੇ ਦੁਆਲੇ ਘੇਰਾ ਕੱਤ ਲਿਆ। ਮਤਲਬ ਸਾਰੇ ਜਿੰਨੇ ਬੱਚੇ ਸੀ, ਕਿਉਂਕਿ ਜੁਆਇੰਟ ਫੈਮਿਲੀ ਸੀ, ਸਾਰੇ ਉਹਦੇ ਆਲੇ ਦੁਆਲੇ ਇਕੱਠੇ ਹੋ ਕੇ ਖੜੇ ਹੋ ਗਏ। ਬਾਲਾਂ ਵਿੱਚੋਂ, ਬੱਚਿਆਂ ਵਿੱਚੋਂ ਭਾਵੇਂ ਕਿਸੇ ਨੇ ਵੀ ਇਸ ਤੋਂ ਪਹਿਲਾਂ ਮੇਰੀ ਸ਼ਕਲ ਨਹੀਂ ਸੀ ਵੇਖੀ, ਕਿਉਂਕਿ ਉਹ ਆਪਣੀ ਭੂਆ ਦੇ ਪਿੰਡ ਕਦੀ ਆਇਆ ਨਹੀਂ ਸੀ ਤੇ ਬੱਚਿਆਂ ਨੇ ਉਹਨੂੰ ਨੈਚੁਰਲੀ ਕਦੀ ਨਹੀਂ ਸੀ ਦੇਖਿਆ। ਪਰ ਦਾਦੀ ਦੀ ਗਵਾਹੀ, ਪਰ ਦਾਦੀ ਦੀ ਇੰਨਾ ਕਹਿਣ ਤੇ ਕਿ ਤੁਹਾਡਾ ਤਾਇਆ ਆਇਆ ਹੈ, ਇਹਦੇ ਵਿੱਚ ਉਹਨਾਂ ਨੂੰ ਖੁਸ਼ੀ ਮਿਲ ਰਹੀ ਸੀਗੀ, ਠੀਕ ਹੈ। ਤਾਇਆ ਹੀ ਉਹਨਾਂ ਲਈ ਕਾਫੀ ਸੀ। ਭੂਆ ਦੀ ਨੂੰਹ ਮੇਰੇ ਤੋਂ ਛੋਟੇ ਥਾਂ ਸੀ। ਛੋਟੇ ਥਾਂ ਮਤਲਬ ਭੂਆ ਦੀ ਜਿਹੜੀ ਨੂੰਹ ਸੀ ਚੰਨਣ ਕੌਰ, ਉਹ ਲੇਖਕ ਤੋਂ ਛੋਟੀ ਸੀ, ਠੀਕ ਹੈ। ਕੁੰਡ ਚੁੱਕਣ ਤੇ ਬੋਲਣ ਚਾਲਣ ਦੀ ਦਲੇਰੀ ਉਹ ਨਾ ਕਰ ਸਕੀ। ਉਹ ਨੈਚੁਰਲੀ ਉਹ ਪਿੰਡ ਵਿੱਚ ਰਹਿੰਦੀ ਹੈ, ਉਹਨੂੰ ਘੁੰਡ ਕੱਢਣ ਦੀ ਆਦਤ ਹੈ ਤੇ ਬਹੁਤਾ ਜ਼ਿਆਦਾ ਕਿਸੇ ਨਾਲ ਕਿਹਾ ਜਾਂਦਾ ਨਾ ਕਿ ਜਿਹੜੀਆਂ ਪਿੰਡਾਂ ਦੀਆਂ ਨੂੰਹਾਂ ਹੁੰਦੀਆਂ ਉਹ ਘੁੰਡ ਚੱਕ ਕੇ ਰਹਿੰਦੀਆਂ ਨੇ, ਘੁੰਡ ਅੱਗੇ ਕੱਢ ਕੇ, ਤੇ ਉਹ ਬਹੁਤਾ ਜ਼ਿਆਦਾ ਕਿਸੇ ਨਾਲ ਬੋਲਦੀਆਂ ਨਹੀਂ, ਸਪੈਸ਼ਲੀ ਕਿਸੇ ਜੈਂਟਸ ਦੇ ਨਾਲ ਉਹ ਬਿਲਕੁਲ ਨਹੀਂ ਬੋਲਦੀਆਂ। ਇਸ ਲਈ ਉਹਦੀ ਵੀ ਹਿੰਮਤ ਨਾ ਹੋਈ ਉਹਨੂੰ ਮਿਲਣ ਦੀ। ਮੈਂ ਪੀੜੀ ਤੇ ਬੈਠਾ ਸਾਂ, ਪੁੰਜੇ ਭੂਆ ਪੁੰਜੇ ਬੈਠੀ। ਪੁੰਜੇ ਮਤਲਬ ਥੱਲੇ ਜ਼ਮੀਨ ਤੇ, ਦੋ ਹੀ ਹੱਥਾਂ ਨਾਲ ਮੇਰੀ ਪਿੱਠ, ਮੇਰਾ ਸਿਰ, ਮੇਰਾ ਮੂੰਹ ਪਿਆਰਦੀ ਹੋਈ, ਘਰ-ਬਾਰ ਦੀ, ਮੇਰੇ ਬਾਲਾਂ ਦੀ, ਬੱਚਿਆਂ ਦੀ, ਮੇਰੀ ਘਰਵਾਲੀ ਦੀ, ਉਹਦੀ ਵਾਈਫ ਦੀ ਸੁੱਖ ਸਾਂਦ ਪੁੱਛ ਰਹੀ ਸੀ ਤੇ ਮੇਰੇ ਵੱਲੋਂ ਸਿਰਫ ਇੱਕ ਉੱਤਰ ਘੜੀ ਮੁੜੀ ਦੁਹਰਾਇਆ ਜਾ ਰਿਹਾ ਸੀ, ਹਾਂਜੀ, ਆਹੋ, ਜੀ ਜੀ। ਮੈਂ ਉਸ ਵੇਲੇ ਸੱਚਮੁੱਚ ਆਪਣੇ ਆਪ ਨੂੰ ਦਾੜੀ ਵਾਲਾ ਕਾਕਾ ਅਨੁਭਵ ਕਰ ਰਿਹਾ ਸੀ। ਅੰਡਰਲਾਈਨ ਕਰ ਲਓ, ਲੇਖਕ ਆਪਣੇ ਆਪ ਨੂੰ ਕੀ ਅਨੁਭਵ ਕਰ ਰਿਹਾ ਸੀ, ਕੀ ਫੀਲ ਕਰ ਰਿਹਾ ਸੀ? ਦਾੜੀ ਵਾਲਾ ਕਾਕਾ। ਦਾੜੀ ਵਾਲਾ ਕਾਕਾ ਕਿਉਂ? ਕਿਉਂਕਿ
चाहे लेखक उम्र विच वड्डा हो गया सी, चाहे ओदे दाड़ी वगैरह आ गई सी, पर फिर भी अपनी भूआ लई हल्ले बच्चा ही सी, इसलिए वो अपने आप नूं दाड़ी वाला काका अनुभव कर रहा सी। ठीक है। के कुड़े उठ के रोटी टुक दा आहर कर, रोटी टुक दा रोटी वगैरह दा प्रबंध कर, अपनी ओह नूं नूं कहंदी है। मुंडा वड्डे वेले दा भुखा भाणा होवेगा, वड्डे वेले दा बहुत चिरां दा भुखा भाणा होवेगा। कह के भूआ ने नूह नूं रसोई वाल नसाया, ओनू दड़ा दिता उधर। मैं बथेरी ना नुक्कर कीती पर उत्थे सुनाई कान होनी सी, मतलब भूआ दे अगे किसी दी भी नहीं सी चलदी, ओनू ओदी गल मननी ही पई। भुख मैनू उक्का ही नहीं सी, उक्का मतलब बिल्कुल ही नहीं सी, क्योंकि वह विआह तो आया सी इन्ना सब कुछ खा के, ठीक है, तो ओदा मन ही नहीं सी कर रहा कुछ खाण दा। दोपहर नूं जंज दी विदायगी वेले, जंज दी मतलब जदों डोली चल गई सी, रोटी ते उस तो बाद कुछ मिठाई खानी पई सी। उन्हें विआह दे विच की कीता सी, काफी सारी मिठाई खा ली सी, रोटी खा ली सी, उस नाल तबीयत दिक हो गई सी, दिक खराब। उन्हें जेड़ी रोटी खाधी सी, जो मिठाई खाधी सी, उहदे नाल ओदी तबीयत खराब हो गई सी। मैं दिल नाल फैसला कीता सी कि राते कुछ नहीं खावांगा। वो सोच के आया होया सी अपनी भूआ दे घर कि वो राती कुछ नहीं खावेगा, बस वो आराम दे नाल सो जावेगा। ओ मेरे रब्बा, मेरे अंदरों डर भरी आवाज निकली जदों कुछ चीर बाद मैं अपने अगे नक्को नक परोसिया थाल वेख्या। मतलब उन्हें प्रॉपर थाल देखा, क्योंकि वड्डे वड्डे थाल यूज किए जाते हैं, ਉਹਦੇ ਵਿੱਚ काफी सारिया रोटियां, ਚੱਕੀ ਦੇ ਪੁੜ ਜਿੱਡੇ 2 ਪਰੌਂਠੇ, ਚੱਕੀ ਦਾ ਪੁੜ ਜਿਹਦੇ ਵਿੱਚ ਆਪਾਂ ਪੀਸਦੇ ਆ ਨਾ ਆਟਾ, ਸ਼ਾਇਦ ਤੁਸੀਂ ਦੇਖਿਆ ਹੋਵੇਗਾ ਫਿਲਮਾਂ ਵਗੈਰਾ ਵਿੱਚ, ਪੁਰਾਣੀ ਚੱਕੀ ਹੁੰਦੀ ਸੀ, ਉਹਦੇ ਵਿੱਚ ਆਟਾ ਪਾਇਆ ਜਾਂਦਾ ਸੀ ਤੇ ਉਹਨੂੰ ਹੱਥ ਦੇ ਨਾਲ ਏਦਾਂ ਕੀਤਾ ਜਾਂਦਾ ਸੀ, ਕਾਫੀ ਏਡੀ ਵੱਡੀ ਹੁੰਦੀ ਆ, ਉਦਾਂ ਦੇ ਹੀ ਪਰੌਂਠੇ ਸੀਗੇ ਵੱਡੇ ਵੱਡੇ, ਉਹਦੀ ਨੂੰਹ ਨੇ ਬਣਾਏ, ਜਿਨ੍ਹਾਂ ਵਿੱਚੋਂ ਘਿਓ ਵਗ ਵਗ ਕੇ, ਉੱਤੇ ਉਹਨਾਂ ਨੇ ਘਿਓ ਵੀ ਬਹੁਤ ਸਾਰਾ ਲਗਾਇਆ ਹੋਇਆ ਸੀ। उस हिस्से विच रल रहा सी जिथे मोटिया मोटिया सीमा का एक तकड़ा अंबार उस सी, कि उन्हें की कीता सी, परौंठे भी रखे हुए सन, किन्ने 2, ठीक है, ते एक उन्हें पूरा सेवियां, मिठिया सेवियां, ओदा पूरा अंबार बनाया हुआ सी, लाइक ओदी एक छोटी जी ढेरी बनाई हुई सी, मतलब कट्ठियां करके रखिया हुई सी, देसी घ्यो सारा ओदे विच मिक्सअप हो रहा सी। ते जिस उत्ते बुक शक्कर दी तह विछी हुई सी, ओदे उत्ते की पाया सी, उन्हें पूरी ऐदां मुट्ठी करके शक्कर दी पाई हुई सी। इन्ना सारा खाना लेखक कोलों बिल्कुल नहीं सी खादा जाना, ते उहनूं बड़ा ही ज्यादा फील हो रहा सी, अजीब जिहा। मैं सहमी नज़र नाल कदे थाल वाल वेखां, डरी हुई नज़र दे नाल, ते कदे अपने ढिड वाल। मूसा मौतों भज्या, अगे मौत खड़ी। इहदा मतलब की है, मूसा, ठीक है, कोई पर्सन है जो मौत तो बच रहा है, वो मौत तो किन्नी देर बचेगा, मौत तो उहदे सामने खड़ी है। सेम ऐदां दा लेखक नूं फील हो रहा सीगा कि मैं किन्नी देर खाण पीण तो बचिया रवां, खाना पीना तो मेरे अगे ही इन्ना सारा रखिया होया है। भरजाई नूं तां मैं संगदे मारे कुछ नहीं सी आख्या, ते भूआ नूं इस बाबत, बाबत मतलब इस बारे कुछ कहना ना कहना इक्को जिहा सी, क्योंकि उहदी भूआ ने उहदी कोई गल नहीं सी सुननी। भूआ अगे मैं बथेरे वास्ते पावां, भूआ जी मैनू एक गराई दी भी भुख नहीं, एक बाइट तक भी मैनू नहीं चाहिए, मैं अगे ही जंज दी रोटी खाण करके औखा हाँ। पर बिना मेरी गल वाल ध्यान दित्तियां भूआ अपनियां ही वाही जावे, मतलब अपनियां ही गल्लां हो बोली जा रही सी। भला काका ये की है, हौले हौले तां फुलके ने, वो कहंदी कि मतलब हल्के फुलके तां फुलके ने, खा लै मां सदके। ते भूआ जी ये इन्नियां सेवियां कौन खावेगा? मैं एक बारी फिर कहा, वो बोली खा लै बीबा पुत, सेवियां दा की है, ए तां एवें मूँह मिठा करन लई ने, वेखना पुत इत्थे बाहर थावें की पिया लभदा है। शहरां नगरां दी की गल करना है, उत्थे जो बत्तियां दंदां चों मंगण नूं मिल जांदा है। हुण शहरां दे नाल कंपैरिजन करदी है पिंडां दा, कि शहर विच तां आपां जो चाहिए, जो आपां मूँह चों कढ दित्ती गल उही सानूं मिल जांदी है, ठीक है, वो साडी विश पूरी हो जांदी है। पर पिंडां विच एड्डी जल्दी खाण पीण नूं मिलदा नहीं है। सच किसी आख्या, शहर वसेंदे देवते, बाहर वसेंदे प्रेत, मतलब जो शहर विच रहिंदे ने वो देवतियां वर्गे हुंदे ने, उन्हां दी हर एक विश पूरी हुंदी है, ते जिहड़े शहरां तो बाहर रहिंदे ने वो प्रेत हुंदे ने, मतलब भूत प्रेत, उन्हां दी विश एड्डी जल्दी पूरी नहीं हुंदी। इत्थे तां वीरा यही दाल साग जुड़दा है, तेरा फुफ्फड़ जिउंदा सी, असीं एक बार अंबरसर गए, ठीक है, हुण ओह अपने हसबैंड की गल करती, वो अपने हसबैंड के नाल कित्थे गई? अंबरसर। अंबरसर मीनस अमृतसर,
ਅੰਮ੍ਰਿਤਸਰ ਨੂੰ ਅੰਮ੍ਰਿਤਸਰ ਵੀ ਬੋਲ ਦਿੰਦੇ ਆ, ਠੀਕ ਹੈ। ਭੂਆ ਫੁੱਫੜ ਨਾਲ ਕਿੱਥੇ ਗਈ? ਅੰਮ੍ਰਿਤਸਰ। ਸਦਕੇ ਜਾਈਏ ਗੁਰੂ ਦੀ ਨਗਰੀ ਤੋਂ, ਅੰਮ੍ਰਿਤਸਰ ਨੂੰ ਗੁਰੂ ਦੀ ਨਗਰੀ ਵੀ ਕਹਿੰਦੇ ਹਨ, ਠੀਕ ਹੈ। ਸਬੱਬ ਨਾਲ ਮਹਾਰਾਜ ਦੇ ਦਰਸ਼ਨ ਹੋ ਗਏ। ਘਰਾਂ ਦੇ ਪਵਾੜਿਆਂ ਚੋਂ ਕਿੱਥੇ ਕਿਸੇ ਦਾ ਨਿਕਾਲ ਹੁੰਦਾ ਹੈ, ਮਤਲਬ ਘਰਾਂ ਦੀਆਂ ਪ੍ਰੋਬਲਮਸ ਤੋਂ ਕਿਸੇ ਕੋਈ ਨਿਕਲ ਨਹੀਂ ਸਕਦਾ, ਉਹ ਬੜੀ ਮੁਸ਼ਕਿਲ ਨਾਲ ਨਿਕਲੇ ਸਨ। ਇੱਕ ਵਾਰੀ ਮੇਰੀ ਜਠਾਣੀ ਦੇ ਫੁੱਲ ਗੰਗਾ ਜੀ ਲਿਜਾਣੇ ਸਨ, ਜਿਹੜੀ ਭੂਆ ਦੀ ਜਠਾਣੀ ਹੋਏਗੀ, ਠੀਕ ਹੈ, ਉਹਦੇ ਹਸਬੈਂਡ ਦੇ ਵੱਡੇ ਭਰਾ ਦੀ ਵਾਈਫ, ਉਹਦੇ ਫੁੱਲ ਮਤਲਬ ਉਹਦੀ ਡੈਥ ਤੋਂ ਬਾਅਦ ਵਿੱਚ ਉਹਦੀਆਂ ਅਸਥੀਆਂ ਕਿੱਥੇ ਲੈ ਕੇ ਜਾਣੀਆਂ ਸੀ? ਗੰਗਾ ਜੀ ਵਿੱਚ ਵਹਾਉਣ ਦੇ ਲਈ, ਠੀਕ ਹੈ। ਤੇ ਮੈਨੂੰ ਆਖਣ ਲੱਗੇ ਸ਼ੰਕਰ ਦੀ ਮਾਂ, ਹੁਣ ਭੂਆ ਦੇ ਮੁੰਡੇ ਦਾ ਨਾਮ ਕੀ ਸੀ? ਸ਼ੰਕਰ ਮਤਲਬ ਸ਼ੰਕਰ, ਇਹ ਹੈ ਉਹਦਾ ਮੁੰਡਾ, ਕਿ ਉਹਦੀ ਵਾਈਫ ਹੈ ਚੰਨਣ ਕੌਰ, ਠੀਕ ਹੈ। ਸ਼ੰਕਰ, ਸ਼ੰਕਰ, ਉਹ ਨਾਮ ਉਹਦਾ ਚੇਂਜ ਉਹਨੇ ਕਰ ਲਿਆ, ਠੀਕ ਹੈ। ਸ਼ੰਕਰ ਦੀ ਮਾਂ ਕਿਹੜਾ ਰੋਜ਼-ਰੋਜ਼ ਜਾਇਆ ਜਾਂਦਾ ਹੈ, ਖਸਮਾਂ ਨੂੰ ਖਾਣੀਆਂ ਲੋੜਾਂ ਤੇ ਪੂਰੀਆਂ ਹੁੰਦੀਆਂ ਨਹੀਂ, ਉਹ ਜਾਣੇ ਤੂੰ ਵੀ ਚਲੀ। ਤੇ ਮੈਂ ਇਸੇ ਸਬੱਬ ਚਲੀ ਗਈ, ਦਿਲ ਤੇ ਬਥੇਰਾ ਕਰਦਾ ਹੈ ਭਈ ਇੱਕ ਵਾਰ ਫੇਰ ਗੰਗਾ ਮਾਈ ਦੇ ਇਸ਼ਨਾਨ ਕਰ ਆਵਾਂ। ਸ਼ੰਕਰ ਨੂੰ ਕਿੰਨੀ ਵੇਰਾਂ ਵਾਸਤਾ ਪਾ ਚੁੱਕੀ ਹਾਂ, ਮਤਲਬ ਉਹ ਕਿੰਨੀ ਵਾਰੀ ਆਪਣੇ ਮੁੰਡੇ ਨੂੰ ਰਿਕੁਐਸਟ ਕਰ ਚੁੱਕੀ ਹੈ, ਪਰ ਉਹ ਮੁੰਡਾ ਮੰਨਦਾ ਨਹੀਂ ਹੈ। ਭਈ ਮੁੰਡਿਆਂ, ਜਿੱਥੇ ਹੋਰ ਸੈਂਕੜੇ ਖਰਚਣਾ ਹੈ, ਖਾਣਾ ਹੈ, ਇਹ ਵੀ ਜਸ ਖੱਟ, ਪਰ ਉਹ ਤੇ ਸੁਣਦਾ ਹੀ ਨਹੀਂ ਮੇਰੀ ਗੱਲ, ਠੀਕ ਹੈ। ਉਹਦਾ ਮੁੰਡਾ ਕਦੀ ਵੀ ਉਹਨੂੰ ਗੰਗਾ ਦੇ ਇਸ਼ਨਾਨ ਕਰਵਾਉਣ ਲਈ ਨਹੀਂ ਲੈ ਕੇ ਜਾਂਦਾ, ਠੀਕ ਹੈ। ਭੂਆ ਬਿਨਾਂ ਰੁਕਿਆ ਆਪਣੀ ਵਿਆਖਿਆ ਕਰੀ ਜਾ ਰਹੀ ਸੀ, ਕੰਟੀਨਿਊਸਲੀ ਉਹਦੀ ਭੂਆ ਬੋਲੀ ਜਾ ਰਹੀ ਸੀ, ਤੇ ਲੇਖਕ ਨੂੰ ਨੀਂਦ ਆਈ ਹੋਈ ਸੀ ਕਿਉਂਕਿ ਉਹਨੇ ਬਹੁਤ ਸਾਰਾ ਖਾਣਾ ਖਾਂਦਾ ਹੋਇਆ ਸੀ। ਤੇ ਇੱਧਰ ਮੈਂ ਸੋਚ ਰਿਹਾ ਸਾਂ, ਅੱਗੇ ਜਠਾਣੀ ਦੇ ਫੁੱਲ ਲੈ ਕੇ ਗਈ ਸੀ, ਭਾਵੇਂ ਹੁਣ ਭਤੀਜੇ ਦੇ ਫੁੱਲਾਂ ਦੀ ਵਾਰੀ ਹੈ। ਮਤਲਬ ਇਹਦਾ ਕੀ ਹੈ ਕਿ ਪਹਿਲਾਂ ਉਹ ਜਠਾਣੀ ਦੇ ਫੁੱਲ ਤਾਰਨ ਗਈ ਸੀ, ਹੁਣ ਸ਼ਾਇਦ ਭਤੀਜਾ ਮਤਲਬ ਖੁਦ ਲੇਖਕ, ਠੀਕ ਹੈ, ਕਿਉਂਕਿ ਉਹਨੇ ਲੇਖਕ ਨੂੰ ਇੰਨਾ ਸਭ ਕੁਝ ਖਵਾ ਦਿੱਤਾ ਸੀ, ਤੇ ਲੇਖਕ ਨੂੰ ਲੱਗਦਾ ਸੀਗਾ ਕਿ ਹੁਣ ਉਤੋਂ ਇੰਨਾ ਸਭ ਕੁਝ ਖਾਦਾ ਨਹੀਂ ਜਾਣਾ ਤੇ ਉਹਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਜਾਣੀ ਹੈ, ਤੇ ਸ਼ਾਇਦ ਹੁਣ ਉਹਦੀ ਹੀ ਮੌਤ ਕਿਉਂ ਨਾ ਹੋ ਜਾਵੇ। ਅਖੀਰ ਇਹ ਸੋਚ ਕੇ ਕਿ ਅੱਛਾ ਉਖਲੀ ਵਿੱਚ ਸਿਰ ਦਿੱਤਾ, ਹੁਣ 4 ਸੱਟਾਂ ਵੱਧ ਕੀ ਤੇ 4 ਘਟ ਕੀ ਖਾਣਾ ਸ਼ੁਰੂ ਕੀਤਾ। ਮਤਲਬ ਕੀ ਹੈ, ਇਹ ਕਹਾਵਤ ਹੈ ਨਾ, ਉਖਲੀ ਵਿੱਚ ਸਿਰ ਦਿੱਤਾ ਤੇ ਮੋਲਿਆਂ ਦੀ ਕੀ ਮੋਲਿਆਂ ਦੇ ਡਰ ਤੋਂ ਕੀ ਡਰਨਾ, ਠੀਕ ਹੈ। ਉਹਦਾ ਮਤਲਬ ਕੀ ਹੈ ਕਿ ਜੇ ਤੁਸੀਂ ਮੁਸੀਬਤ ਵਿੱਚ ਪੈ ਹੀ ਚੁੱਕੇ ਹੋ, ਫਿਰ ਤੁਸੀਂ ਉਹ ਤੋਂ ਘਬਰਾਣਾ ਨਹੀਂ ਹੈ, ਇਸ ਲਈ ਉਹਨੇ ਖਾਣਾ ਸ਼ੁਰੂ ਕਰ ਦਿੱਤਾ, ਠੀਕ ਹੈ। ਇੱਥੋਂ ਤੱਕ ਬੇਟਾ ਅਗਰ ਕਿਸੇ ਨੂੰ ਕੋਈ ਡਾਊਟ ਹੋਏ फर्स्ट 3 पेजेस ਵਿੱਚ ਤਾਂ ਪੁੱਛ ਲਓ, ਅਗਰ ਕੋਈ ਲਾਈਨ ਨਹੀਂ ਸਮਝ ਲੱਗੀ, ਕੋਈ ਵਰਡ ਨਾ ਸਮਝ ਲੱਗਾ ਹੋਏ। नो नेक्स्ट अजे दो चार बुरखियां ही लाइया सन कि भरजाई ने पंगरे हुए घ्यो दा भरिया होया कौल लिया के सीवियां उत्ते लद दिता। हाले उन्हें बेचारे ने खाना ही शुरू किया सी, तो ओदी भरजाई ने की किया, होर ज्यादा उन्हें घ्यो दी भरी हुई कौली लिया के जिहड़ियां सीवियां उन्हें लियांदे सी ओहदे उत्ते उलद दित्तियां, उत्ते सारे दा सारा घ्यो जिहड़ा है उन्हें डोल दिता। इहदे नाल की हुंदा है, ओह हैवी हो जांदियां होर ज्यादा, ठीक है, ओह खाधी नहीं जांदियां। घ्यो सेवियां विचों फिरदा फरांदा सारे थाल विच फैल गया ते सेवियां दा ढेर समुंदर विच खड़े एक छोटे जजीरे वांग बन गया। मतलब उहनूं उहदा लगदा सीगा कि जिस तरह पूरियां दे पूरियां सेवियां जिहड़ियां हन ओह थाल विच ही तैर रहीआं हन। मैं बथेरा ना करदा रहा पर मेरी कौन सुनदा सी। इस आप सहेड़ी मौत तो किकन छुटकारा मिले। आप सहेड़ी मतलब उन्हें खुद अपने पैर कुल्हाड़ी मारी सी, खुद अपना नुकसान किया सी, ते हुण इहनूं ओहदे विचों दी कोई भी बाहर नहीं सी कढ सकदा। बथेरा सोचा पर कोई राह ना लभा। परौंठे तो खैर 2 नहीं तो 1.5 मैं किस तरह तुन तुन के लंघा ले, पर सेवियां दा की बने। परौंठे तो उन्हें औखे सौखे होके खा ही ले, पर हुण सेवियां उहदे कोलों बिल्कुल नहीं सी खादियां जाणियां। सलाह होई कि भूआ नूं दिसदा ते है नहीं, होवे ना होवे तां 1-2 रुग भर के किसे बन्ने सुट ही छड्डां। उहनूं लगदा सीगा कि मैं इदां थाली च चुक्कां ते किते ना किते सेवियां सुट दवां। कुछ ते भार हौला होवे, पर उस अखां वाली कंबख्त भरजाई दा की करना। अखां वाली मतलब भूआ नूं तां शायद नहीं नजर आंदा, पर जिहड़ी उहदी भरजाई सी उहनूं तां सब कुछ नजर आंदा है। जिहड़ी घ्यो दा कौल खाली करन तो बाद टोकरे वर्गा मूंह लुकाई मेरे लागे पथल्ला मार के बैठी सी। पथल्ला मतलब ओहदे अगे खड़ी हुई सी कि कदों ये खावे तां कदों ओह थाल चक के रसोई विच जावे। चिड़ी चोगे वांग मैं एक सेवी मूँह च पा के चित के लंघाउण दी कोशिश कर रहा सा कि भरजाई दे दिल विच खबरे तरस आ गया। वो उठ के अंदर चली गई
ਤਾਂ ਮੈਂ ਕਾਹਲੀ ਨਾਲ ਸੱਜੇ ਖੱਬੇ ਤੱਕਿਆ ਕਿ ਕਿਸ ਪਾਸੇ ਰੁੱਗ ਸੁੱਟਾਂ। ਠੀਕ ਹੈ, ਉਹ ਲੇਖਕ ਹੌਲੀ ਹੌਲੀ ਖਾ ਰਿਹਾ ਸੀ, ਉਹਦੀ ਭਰਜਾਈ ਫਿਰ ਚਲੀ ਗਈ ਕਿਉਂਕਿ ਉਹਨੂੰ ਟਾਈਮ ਲੱਗਣਾ ਸੀ। ਤਾਂ ਉਹ ਹੁਣ ਆਲੇ ਦੁਆਲੇ ਦੇਖ ਰਿਹਾ ਸੀ ਕੋਈ ਏਦਾਂ ਦੀ ਜਗ੍ਹਾ ਜਿੱਥੇ ਉਹ ਹੁਣ ਪੂਰੀਆਂ ਤੇ ਪੂਰੀਆਂ ਸੇਵੀਆਂ ਨੂੰ ਰੁੱਗ ਭਰ ਕੇ ਸੁੱਟ ਸਕੇ, ਚੱਕੇ ਤਾਂ ਉੱਥੇ ਸੁੱਟ ਦੇਵੇ। ਪਿਛਲੀ ਕੰਧ ਦੀ ਨਿਕਰੇ ਇੱਕ ਤੰਦੂਰ ਲੱਗਾ ਹੋਇਆ ਸੀ। ਤੰਦੂਰ ਜਿੱਥੇ ਤੰਦੂਰੀ ਰੋਟੀਆਂ ਬਣਦੀਆਂ ਹਨ, ਠੀਕ ਹੈ, ਪਿੰਡਾਂ ਵਿੱਚ ਤੰਦੂਰ ਪ੍ਰੋਪਰਲੀ ਲੱਗੇ ਹੁੰਦੇ ਨੇ, ਰਾਈਟ। ਮੈਂ ਸੋਚਿਆ ਇਹੋ ਠੀਕ ਹੈ, ਰਾਤ ਨੂੰ ਕਿਤੇ ਮੌਕਾ ਮਿਲਿਆ ਤਾਂ ਸਵਾਹ ਨੂੰ ਹੇਠਾਂ ਉਠਾਂ ਕਰਕੇ ਢੱਕ ਛੱਡਾਂਗਾ। ਸਵਾਹ ਜਿਹੜੀ ਉਹ ਰਾਖ ਜੀ ਹੁੰਦੀ ਹੈ। ਤੇ ਮੈਂ ਦਿਲ ਪੀੜਾ ਕਰਕੇ ਜਿੰਨੀਆਂ ਕੁ ਸੇਵੀਆਂ ਮੇਰੀ ਲੱਪ ਵਿੱਚ ਆ ਸਕਦੀਆਂ ਸਨ, ਲੱਪ ਮਤਲਬ ਪੂਰੀ ਦੀ ਪੂਰੀ ਬੁੱਕ ਵਿੱਚ ਰੁੱਗ ਭਰ ਲਿਆ। ਦਿਲ ਪੀੜਾ ਕਰਕੇ ਮਤਲਬ ਦਿਲ ਨੂੰ ਥੋੜਾ ਜਿਹਾ ਹੌਸਲਾ ਦੇ ਕੇ, ਠੀਕ ਹੈ। ਹੱਥ ਪਿਛਾ ਲੈ ਜਾਣ ਲਈ ਥਾਲੀ ਤੋਂ ਚੁੱਕਿਆ ਹੀ ਸੀ ਕਿ ਫੇਰ ਉਹੀ ਭਾਬੀ ਸਿਰ ਤੇ ਆ ਧਮਕੀ ਤੇ ਬਿਨਾਂ ਪੁੱਛੇ ਇੱਕ ਹੋਰ ਪਰੌਂਠਾ ਥਾਲੀ ਵਿੱਚ ਦੇ ਮਾਰਿਆ। ਉਹ ਦੇਖੋ ਉਹਨੂੰ ਇੱਕ ਹੋਰ ਪਰੌਂਠਾ ਖਾਣ ਨੂੰ ਮਿਲ ਗਿਆ। ਉਹ ਬੜੇ ਔਖੇ ਤਰੀਕੇ ਨਾਲ ਉਹਨੇ 1.5 ਕੁ ਪਰੌਂਠਾ ਖਾਦਾ ਸੀ, ਫਿਰ ਉਹਦੀ ਭਰਜਾਈ ਨੇ ਉਹਦੇ ਲਈ ਇੱਕ ਹੋਰ ਪਰੌਂਠਾ ਉਹ ਲੈ ਕੇ ਆ ਗਈ ਤੇ ਉਹਦੀ ਥਾਲੀ ਵਿੱਚ ਰੱਖ ਦਿੱਤਾ। ਕਿਉਂਕਿ ਜਿਹੜੇ ਪਿੰਡਾਂ ਵਾਲੇ ਹੁੰਦੇ ਨੇ ਨਾ, ਇਹ ਲੋਕਾਂ ਦੀ ਸੇਵਾ ਕਰਨ ਦੇ ਵਿੱਚ, ਗੈਸਟ ਦੀ ਸੇਵਾ ਕਰਨ ਵਿੱਚ ਬੜੀ ਉਹ ਆਪਣੀ ਸ਼ਾਨ ਸਮਝਦੇ। ਉਹਨਾਂ ਨੂੰ ਹੁੰਦਾ ਹੈ ਕਿ ਮਤਲਬ ਮੈਂ ਕਿਸੇ ਨਾ ਕਿਸੇ ਨੂੰ ਖਵਾਈ ਜ਼ਰੂਰ ਜਾਵਾਂ, ਠੀਕ ਹੈ। ਓਕੇ, ਠੀਕ ਹੈ। ਤੇ ਹੁਣ ਜਦੋਂ ਉਹ ਲੇਖਕ ਸੇਵੀਆਂ ਖਾ ਰਿਹਾ ਸੀ ਤੇ ਉਹਦੀ ਭਰਜਾਈ ਨੇ ਇੱਕ ਹੋਰ ਪਰੌਂਠਾ ਉਹਦੀ ਥਾਲੀ ਵਿੱਚ ਦੇ ਮਾਰਿਆ। ਸੇਵੀਆਂ ਮੁੜ ਥਾਲੀ ਦੇ ਹਵਾਲੇ ਕਰਕੇ ਮੈਂ ਹੱਥ ਪੈਰ ਛੁਡਾ ਕੇ ਕਿ ਹੁਣ ਖੈਰ ਨਹੀਂ। ਇੱਥੋਂ ਉੱਠ ਕੇ ਮੰਜੇ ਤੀਕ ਜਾਣ ਦੀ ਹਿੰਮਤ ਬਾਕੀ ਨਹੀਂ ਸੀ। ਇੱਕ ਮਿੰਟ, ਠੀਕ ਹੈ। ਅੱਧ ਪਚੱਦਾ ਮੁਕਾ ਕੇ ਕਿਸੇ ਤਰ੍ਹਾਂ ਕਾਲ ਰੂਪੀ ਥਾਲੀ ਤੋਂ ਮੇਰੀ ਖਲਾਸੀ ਹੋਈ। ਕਾਲ ਰੂਪੀ ਮਤਲਬ ਕਾਲ ਕੀ ਹੁੰਦਾ? ਮੌਤ। ਉਹਨੂੰ ਲੱਗ ਰਿਹਾ ਸੀਗਾ ਕਿ ਇਹ ਥਾਲੀ ਨਹੀਂ ਮੇਰੀ ਮੌਤ ਦਾ ਕਾਰਨ ਬਣ ਜਾਵੇਗੀ, ਕਿਉਂਕਿ ਉਹਨੇ ਬਹੁਤ ਸਾਰਾ ਖਾ ਲਿਆ ਸੀ, ਠੀਕ ਹੈ। ਤੇ ਉਹਨੂੰ ਏਦਾਂ ਲੱਗ ਰਿਹਾ ਸੀ ਕਿ ਅੱਧ ਪਚੱਦਾ ਥੋੜਾ ਬਹੁਤਾ ਉਹਨੇ ਖਾਦਾ ਤੇ ਉਹਨੂੰ ਲੱਗਦਾ ਸੀ ਕਿ ਹੁਣ ਮੇਰਾ ਸ਼ਾਇਦ ਛੁਟਕਾਰਾ ਹੋ ਜਾਵੇ। ਪਰ ਹੁਣ ਇੱਥੋਂ ਉੱਠ ਕੇ ਮੰਜੇ ਤੀਕ ਜਾਣ ਦੀ ਹਿੰਮਤ ਬਾਕੀ ਨਹੀਂ ਸੀ। ਇੰਨਾ ਜ਼ਿਆਦਾ ਉਹਨੇ ਖਾ ਲਿਆ ਸੀਗਾ ਕਿ ਉਹਨੂੰ ਮੰਜੇ ਤੱਕ ਜਾਣ ਦੀ ਵੀ ਉਹਦੇ ਵਿੱਚ ਬਿਲਕੁਲ ਹਿੰਮਤ ਨਹੀਂ ਸੀ। ਪੇਟ ਪਾਟਣ ਵਾਲਾ ਹੋ ਰਿਹਾ ਸੀ, ਸਾਹ ਨਾਲ ਸਾਹ ਨਹੀਂ ਸੀ ਰਲਦਾ, ਕਿਉਂਕਿ ਉਹਦੀ ਓਵਰ ਈਟਿੰਗ ਕਾਫੀ ਹੋ ਗਿਆ ਸੀ ਨਾ, ਉਹਨੇ ਓਵਰ ਈਟਿੰਗ ਕਰ ਲਈ ਸੀ ਤਾਂ ਉਹਦੇ ਕੋਲ ਬਿਲਕੁਲ ਵੀ ਹੁਣ ਉੱਠਿਆ ਨਹੀਂ ਸੀ ਜਾ ਰਿਹਾ। ਅਖੀਰ ਕਿਸੇ ਤਰ੍ਹਾਂ ਮੁਹਿੰਮ ਵੀ ਪੂਰੀ ਹੋਈ। ਮੁਹਿੰਮ ਮਤਲਬ ਉਹਨੇ ਇੱਕ ਚੈਲੰਜ ਦੀ ਤਰ੍ਹਾਂ ਉਹਨੂੰ ਐਕਸੈਪਟ ਕੀਤਾ ਤੇ ਉਹ ਚੈਲੰਜ ਵੀ ਉਹਦਾ ਪੂਰਾ ਹੋ ਗਿਆ। ਤੇ ਮੈਂ ਵਿਹੜੇ ਵਿੱਚ ਵਿਛੇ ਹੋਏ ਬਿਸਤਰੇ ਤੇ ਜਾ ਟੱਠਾ। ਵਿਹੜੇ ਦੇ ਵਿੱਚ ਮੰਜਾ ਸੀ, ਠੀਕ ਹੈ, ਉੱਥੇ ਉਹ ਜਾ ਕੇ ਡਿੱਗ ਪਿਆ। ਘੜੀ ਮੁੜੀ ਆਪਣੇ ਆਪ ਨੂੰ ਫਿਟਕਾਰਦਾ ਸਾਂ ਕਿ ਜੇ ਮੈਂ ਮਰਨਾ ਹੀ ਸੀ ਤਾਂ ਘਰ ਜਾ ਕੇ ਕਿਉਂ ਨਾ ਮਰਨ ਦਾ ਇੰਤਜ਼ਾਮ ਕੀਤਾ। ਆਪਣੇ ਆਪ ਨੂੰ ਹੀ ਤਾਨੇ ਮਾਰੀ ਜਾ ਰਿਹਾ ਸੀਗਾ ਕਿ ਮੈਂ ਇਹ ਕਿੱਦਾਂ ਦੀ ਮੁਸੀਬਤ ਵਿੱਚ ਆ ਕੇ ਪੈ ਗਿਆ। ਅਕਲਕਾਂਤ ਚ ਜਾਨ ਆ ਗਈ। ਅਕਲਕਾਂਤ ਮਤਲਬ ਉਹਨੂੰ ਅਕਲ ਆ ਗਈ, ਠੀਕ ਹੈ। ਸੱਜਿਓਂ ਖੱਬੇ ਤੇ ਖੱਬਿਓਂ ਸੱਜੇ ਉਸਲ ਵੱਟੇ ਲੈਂਦਾ ਸਾਂ। ਉਸਲ ਵੱਟੇ ਮਤਲਬ ਉਹ ਸਾਈਡ ਹੀ ਆਪਣੀ ਚੇਂਜ ਕਰੀ ਜਾ ਰਿਹਾ ਸੀ, ਪਰ ਕਿਸੇ ਪਾਸੇ ਵੀ ਚੈਨ ਨਹੀਂ ਸੀ ਆਉਂਦਾ। ਅਫਰੇਵਾ ਵੱਧਦਾ ਜਾ ਰਿਹਾ ਸੀ। ਅਫਰੇਵਾ ਹੁੰਦਾ ਹੈ ਜਦੋਂ ਪੇਟ ਪੂਰੀ ਤਰ੍ਹਾਂ ਨਾਲ ਭਰਿਆ ਹੁੰਦਾ ਤੇ ਪੇਟ ਆਫਰ ਜਾਂਦਾ ਹੈ, ਫੁਲਾਵਟ ਜਿਹਾ, ਮਤਲਬ ਏਦਾਂ ਹੈਵੀ ਹੈਵੀ ਜਿਹਾ ਫੀਲ ਹੁੰਦਾ ਹੈ। ਅਫਰੇਵਾ ਵੱਧਦਾ ਜਾ ਰਿਹਾ ਸੀ ਤੇ ਉੱਤੋਂ ਆਖਰਾਂ ਦਾ ਵੱਟ ਮਤਲਬ ਗਰਮੀ ਵੀ ਬਹੁਤ ਜ਼ਿਆਦਾ ਸੀ। ਮੁੜਕਾ ਵਗ ਕੇ ਵਿਛਾਈ ਭਿਉਂ ਰਿਹਾ ਸੀ। ਮੁੜਕਾ ਮਤਲਬ ਪਸੀਨਾ, ਸਵੈਟਿੰਗ ਉਹਨੂੰ ਬਾਰ ਹੋਈ ਜਾ ਰਹੀ ਸੀ ਤੇ ਵਿਛਾਈ ਭਿਉਂ ਰਿਹਾ ਸੀ। ਜਿਹੜਾ ਉਹਦਾ ਬਿਸਤਰਾ ਵਿਛਿਆ ਹੋਇਆ ਸੀ ਉਹ ਵੀ ਪਸੀਨੇ ਦੇ ਨਾਲ ਗਿੱਲਾ ਹੋ ਰਿਹਾ ਸੀ। ਪੱਖੀ ਮੇਰੇ ਕੋਲ ਪਈ ਸੀ ਪਰ ਫੜ ਕੇ ਚੱਲਣ ਦੀ ਹਿੰਮਤ ਨਹੀਂ ਸੀ। ਪੱਖੀ ਜਿਹੜੀ ਰੱਖਦੇ ਆਪਾਂ, ਠੀਕ ਹੈ, ਜਦੋਂ ਲਾਈਟ ਚੱਲ ਜਾਂਦੀ ਆਪਾਂ ਉਹਨੂੰ ਲਾਈਕ ਫੈਨ ਹੁੰਦਾ ਛੋਟਾ ਜਿਹਾ, ਠੀਕ ਹੈ, ਤੇ ਉਹਦੇ ਨਾਲ ਉਹਨੂੰ ਮਾਰਨ ਦੀ ਵੀ ਉਹਨੂੰ ਹਿੰਮਤ ਨਹੀਂ ਸੀ ਪਈ। ਅੱਧਾ ਪੌਣਾ ਘੰਟਾ ਮੱਛੀ ਵਾਂਗ ਤੜਫਦਿਆਂ ਹੋਰ ਬਰਦਾਸ਼ਤ ਕਰਨ ਦੀ ਹਿੰਮਤ ਨਾ ਰਹੀ। ਉੱਠ ਕੇ ਬੈਠ ਗਿਆ ਤੇ ਸੋਚਣ ਲੱਗਾ ਕਿ ਜੇ ਕੋਈ ਮੁੰਡਾ ਕੁੜੀ ਜਾਗਦਾ ਹੋਵੇ ਤਾਂ ਉਸਨੂੰ ਆਖ ਕੇ ਥੋੜੀ ਜਵੈਣ ਹੀ ਮੰਗ ਵੇਖਾਂ। ਜਵੈਣ, ਠੀਕ ਹੈ, ਉਹ ਸੌਫਟ ਜਵੈਣ ਹੁੰਦੀ ਨਾ। ਜਵੈਣ ਦੇ ਨਾਲ ਕੀ ਹੁੰਦਾ ਹੈ, ਜਿੰਨਾ ਖਾਦਾ ਪੀਤਾ ਹੁੰਦਾ ਉਹ ਸਾਰੇ ਦਾ ਸਾਰਾ ਡਾਈਜੈਸਟ ਹੋ ਜਾਂਦਾ ਹੈ। ਤਦੇ ਹੀ ਲੰਮਾ ਕੁੱਡ ਕੱਢੀ ਭਰਜਾਈ ਆ ਗਈ। ਮੇਰੀ ਮੌਤ ਵਿੱਚ ਜਿਹੜੀ ਰੱਤੀ ਮਾਸਾਂ ਕਸਰ ਬਾਕੀ ਸੀ, ਮਤਲਬ ਜਿਹੜਾ ਥੋੜਾ ਬਹੁਤਾ ਉਹਨੂੰ ਸਕੂਨ ਮਿਲਿਆ ਸੀ, ਉਹ ਉਸਨੂੰ ਪੂਰਾ ਕਰਨ ਆਈ ਸੀ, ਠੀਕ ਹੈ। ਹੁਣ ਉਹਦੇ ਹੱਥ ਵਿੱਚ ਕੀ ਸੀ?
उसके हाथ विच कंडियां तीक भरिया होया दुध दा छन्ना सी। छन्ना मतलब गिलास, ठीक है। हुण ओहदी भरजाई उन्ने खाना ही मसी खादा सी, तो ओहदी भरजाई हुण ओहदे लई वड्डा सारा गिलास दुध दा भर के ले आई सी, ठीक है। इत्थों तक करांगे बेटा, बाकी आपां कल करांगे, राइट, ठीक है। किसी नूं कोई भी डाउट होए तां पुछ लो। बस ये यही दसिया होया है कि जिहड़ा पिंडां दा खाण पीण है वो बहुत खुला डुला हुंदा है। वो अपने मेहमान की जिहड़ी हन वो आओ भगत विच लगे रहिंदे हन, ते लेखक जिहड़ा सी वो शहर दा सीगा, ठीक है। शहर दा होण करके वो इन्ना ज़्यादा उहदा खाना पीना है नहीं सी, ठीक है। ते फिर भी उहनूं औखे सौखे होके अपनी भूआ दी सारी गल मननी पई सी, क्योंकि वो अपनी भूआ दे नाल बहुत सारा प्यार करदा सी, ठीक है। सो ਇਹਦੇ ਵਿੱਚ ਲਿਸਨ ਬੱਚੇ 8th डी ਜਿੰਨੇ ਆਪਾਂ 3 ਪੇਜ ਕੀਤੇ ਨੇ, 4 ਪੇਜ, ਠੀਕ ਹੈ। ਇਹਨਾਂ ਵਿੱਚੋਂ ਦੀ ਜਿੰਨੇ ਵਨ ਵਰਡ ਕੁਐਸਚਨਸ ਆਨਸਰ ਨਿਕਲਣਗੇ ਉਹ ਤੁਸੀਂ ਆਪਣੀ ਕਾਪੀ ਉੱਤੇ ਲਿਖਣਾ ਸ਼ੁਰੂ ਕਰ ਦਿਓ, ਠੀਕ ਹੈ।